हाँ जी, सत श्री अकाल सारिਆਂ ਨੂੰ। ਅੱਜ ਮੈਂ ਤੁਹਾਡੇ ਸਾਹਮਣੇ ਫਿਰ ਤੋਂ ਹਾਜ਼ਰ ਹਾਂ ਆਪਣੀ ਨੈਕਸਟ ਵੀਡੀਓ ਲੈ ਕੇ ਤੇ ਜਿਹੜਾ ਅੱਜ ਦਾ ਟੌਪਿਕ ਹੈ ਉਹ ਹੈਗਾ ਰੀਆਰਡਰ ਪੈਰਾਗ੍ਰਾਫਸ। ਤੇ ਮੈਂ ਕੱਲ ਵੀ ਤੁਹਾਡੇ ਨਾਲ ਰੀਆਰਡਰ ਪੈਰਾਗ੍ਰਾਫ ਵੀ ਡਿਸਕਸ ਕੀਤਾ ਸੀਗਾ। ਉਹਦੇ ਵਿੱਚ ਆਪਾਂ ਨੇ ਕੁਝ ਟਿਪਸ ਐਂਡ ਟ੍ਰਿਕਸ ਦੱਸੇ ਸੀ ਮੈਂ ਤੁਹਾਨੂੰ ਕਿ ਕਿਹੜੇ ਟਿਪਸ ਐਂਡ ਟ੍ਰਿਕਸ ਕਰਕੇ ਤੁਸੀਂ ਆਪਣੇ ਰੀਆਰਡਰ ਪੈਰਾਗ੍ਰਾਫ ਨੂੰ ਇੰਪਰੂਵ ਕਰ ਸਕਦੇ ਹੋ। ਬਟ ਇਨ ਕੇਸ ਜੇ ਤੁਹਾਡਾ ਕੋਈ ਟਿਪਸ ਐਂਡ ਟ੍ਰਿਕਸ ਤੁਹਾਨੂੰ ਫਾਈਨਲ ਦੇ ਵਿੱਚ ਨਹੀਂ ਸਮਝ ਆ ਰਿਹਾ ਕਿ ਤੁਸੀਂ ਕੀ ਫੋਲੋ ਕਰਨਾ ਹੈ ਤਾਂ ਤੁਸੀਂ ਟਰਾਇਲ ਐਂਡ ਐਰਰ ਮੈਥਡ ਵੀ ਯੂਜ਼ ਕਰ ਸਕਦੇ ਹੋ। ਜਿੰਨਾ ਤੁਹਾਨੂੰ ਸਮਝ ਆ ਰਿਹਾ ਤੁਸੀਂ ਉਸ ਹਿਸਾਬ ਦੇ ਨਾਲ ਉਹਨੂੰ ਅਟੈਂਪਟ ਕਰ ਦਿਓ। ਅੱਜ ਮੈਂ ਕੁਝ ਐਗਜ਼ਾਮਪਲਸ ਲਈਆਂ ਨੇ ਰੀਆਰਡਰ ਪੈਰਾਗ੍ਰਾਫ ਦੀਆਂ ਕਿ ਜਿਵੇਂ ਤੁਹਾਨੂੰ ਫਾਈਨਲ ਦੇ ਵਿੱਚ ਜਿਹੜਾ ਕੁਐਸਚਨ ਆਏਗਾ ਉਹ ਇਸ ਤਰ੍ਹਾਂ ਨਾਲ ਆਏਗਾ। ਜਿਵੇਂ ਇੱਥੇ ਉਹਨੇ ਸੀਕੁਐਂਸ ਲਿਖਿਆ 1 2 3 4 ਉੱਤੇ ABCDE ਵੀ ਕੁਝ ਹੋ ਸਕਦਾ ਹੈ ਤੇ ਇੱਥੇ ਆਪਣੇ ਕੋਲ 4 ਹੀ ਪੈਰਾਗ੍ਰਾਫ ਗਿਵਨ ਨੇ, ਮਤਲਬ 4 ਲਾਈਨਸ ਗਿਵਨ ਨੇ, ਬਟ ਫਾਈਨਲ ਦੇ ਵਿੱਚ 5 ਵੀ ਹੋ ਸਕਦੀਆਂ ਹੈ। ਮੈਕਸਿਮਮ ਜਿਹੜੀ ਰਹੇਗੀ ਉਹ 5 ਦੀ ਲਿਮਿਟ ਹੀ ਹੁੰਦੀ ਹੈ ਕਿ 5 ਲਾਈਨਸ ਤੱਕ ਤੁਹਾਡਾ ਜਿਹੜਾ ਪੈਰਾਗ੍ਰਾਫ ਹੈ ਉਹ ਵੇਰੀ ਕਰ ਸਕਦਾ ਹੈ। ਤੇ ਜਿਵੇਂ ਆਪਾਂ ਨੇ ਕਿਹਾ ਸੀਗਾ ਕਿ ਪਹਿਲਾਂ ਆਪਾਂ ਪੈਰਾਗ੍ਰਾਫ ਨੂੰ ਪੜ੍ਹਨਾ ਹੈ ਕਿ ਉਹਦੇ ਵਿੱਚ ਗੱਲ ਕਿਸ ਬਾਰੇ ਹੋ ਰਹੀ ਹੈ। ਤਾਂ ਇੱਥੇ ਆਪਾਂ ਜਦੋਂ ਪੈਰਾਗ੍ਰਾਫ ਨੂੰ ਪੜ੍ਹ ਰਹੇ ਹਾਂ ਤਾਂ ਫਸਟ ਜਿਹੜਾ ਲਾਈਨ ਹੈ ਉਹਦੇ ਵਿੱਚ ਉਹਨੇ ਗੱਲ ਕੀਤੀ ਹੈ ਕਰੀਅਰ ਪਲੈਨਿੰਗ ਦੀ। Career planning is a comprehensive venture which encompasses defining your goals and developing a feasible plan to achieve them। ਤੇ ਇੱਥੇ ਜਿਹੜੀ ਗੱਲ ਹੋਗੀ ਫਸਟ ਲਾਈਨ ਦੇ ਵਿੱਚ ਉਹ ਕਰੀਅਰ ਪਲੈਨਿੰਗ ਦੀ ਹੋਗੀ। ਤੇ ਉਸ ਤੋਂ ਬਾਅਦ ਜਦੋਂ ਆਪਾਂ ਸੈਕਿੰਡ ਲਾਈਨ ਨੂੰ ਪੜ੍ਹਦੇ ਹਾਂ ਤਾਂ ਉੱਥੇ ਆਉਂਦਾ Additionally, lots of university programs are structured in a way that will equip you with the necessary skills to find multiple employment options in the future। ਤੇ ਉਸ ਤੋਂ ਬਾਅਦ ਅਗਰ ਆਪਾਂ ਥਰਡ ਲਾਈਨ ਦੀ ਗੱਲ ਕਰਦੇ ਹਾਂ ਤਾਂ ਉੱਥੇ ਹੁੰਦਾ your lectures might mention possible career paths and there may be obligatory internships that can guide you towards your future job। ਤੇ ਲਾਸਟ ਵਿੱਚ ਗੱਲ ਹੋ ਰਹੀ ਹੈ ਦੀ great news about defining your career goals is that you will hear quite a few ideas and stories during your studies। ਤੇ ਜਿਵੇਂ ਮੈਂ ਤੁਹਾਨੂੰ ਕੱਲ ਦੱਸਿਆ ਸੀਗਾ ਕਿ ਤੁਸੀਂ ਸਭ ਤੋਂ ਪਹਿਲਾਂ ਫਾਈਂਡ ਆਊਟ ਕਰਨਾ ਹੈ ਮੇਨ ਆਈਡੀਆ ਔਰ ਦੀ ਇੰਡੀਪੈਂਡੈਂਟ ਸੈਂਟੈਂਸ ਔਰ ਯੂ ਕੈਨ ਆਲਸੋ ਫਾਈਂਡ ਆਊਟ ਐਨ ਐਂਡ ਦ। ਤੇ ਜਦੋਂ ਆਪਾਂ ਇਹਨਾਂ ਚਾਰਾਂ ਲਾਈਨਸ ਦੀ ਗੱਲ ਕਰੀਏ ਤਾਂ ਜਿਹੜਾ ਐਡੀਸ਼ਨਲੀ ਹੈ ਉਹ ਕਿਸੇ ਵੀ ਕੰਡੀਸ਼ਨ ਦੇ ਵਿੱਚ ਤੁਹਾਡਾ ਫਰਸਟ ਸੈਂਟੈਂਸ ਨਹੀਂ ਹੋ ਸਕਦਾ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਯੂਅਰ। ਤਾਂ ਜਿਹੜਾ ਯੂਅਰ ਵਰਡ ਹੈ ਉਹਦੇ 'ਚ ਉਹ ਵੀ ਤੁਹਾਡਾ ਫਰਸਟ ਸੈਂਟੈਂਸ ਨਹੀਂ ਹੋ ਸਕਦਾ। ਸੇ ਇੱਥੇ ਬਚੇ ਆਪਣੇ ਕੋਲ ਦੋ, ਫਰਸਟ ਐਂਡ ਫੋਰਥ। ਤੇ ਫੋਰਥ ਤੁਸੀਂ ਕਹਿ ਸਕਦੇ ਹੋ ਕਿ ਫਰਸਟ ਸੈਂਟੈਂਸ ਹੋ ਸਕਦਾ ਹੈ ਕਿਉਂਕਿ ਜੋ ਟਿਪਸ ਐਂਡ ਟ੍ਰਿਕਸ ਆਪਾਂ ਸੁਣਦੇ ਹਾਂ ਤਾਂ ਉਹਦੇ ਵਿੱਚ ਇਹ ਦ ਨਾਲ ਸਟਾਰਟ ਹੋ ਰਿਹਾ ਹੈ। ਦੀ ਗ੍ਰੇਟ ਨਿਊਜ਼ ਅਬਾਊਟ ਡਿਫਾਈਨਿੰਗ ਯੂਅਰ ਕਰੀਅਰ ਗੋਲਸ ਇਜ਼ ਦੈਟ ਯੂ ਵਿਲ ਹੀਅਰ ਕੁਆਇਟ ਅ ਫਿਊ ਆਈਡੀਆਜ਼ ਐਂਡ ਸਟੋਰੀਜ਼ ਡਿਊਰਿੰਗ ਯੂਅਰ ਸਟੱਡੀਜ਼। ਸੋ ਉਸ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਇੱਥੇ ਗੱਲ ਹੋਈ ਕਰੀਅਰ ਪਲੈਨਿੰਗ ਦੀ, ਜੋ ਮੈਂ ਤੁਹਾਨੂੰ ਦੱਸਿਆ ਸੀਗਾ ਕਿ object and subject। Now, career planning is the object, is a comprehensive venture which encompasses defining your goals and developing a feasible plan to achieve them। ਸੋ ਇੱਥੇ ਉਹਨੇ ਕਰੀਅਰ ਪਲੈਨਿੰਗ ਦੀ ਗੱਲ ਕੀਤੀ ਹੈ ਕਿ ਉਹ ਐਵੇਂ ਦਾ ਵੈਂਚਰ ਹੈ ਕਿ ਜਿੱਥੇ ਤੁਹਾਡੇ ਕੋਲ ਤੁਹਾਡੇ ਗੋਲਸ ਡਿਫਾਈਨ ਹੁੰਦੇ ਨੇ, ਤੁਹਾਡੇ ਕੋਲ ਪੂਰਾ ਸਟਰਕਚਰ ਹੁੰਦਾ ਤੁਹਾਡੇ ਕਰੀਅਰ ਦਾ ਤੇ ਉਸ ਦੇ ਅਕੋਰਡਿੰਗ ਤੁਸੀਂ ਆਪਣੇ ਪਲਾਨਸ ਬਣਾ ਸਕਦੇ ਹੋ। ਸੋ ਇਹ ਤੁਹਾਡਾ ਹੋ ਗਿਆ ਮੇਨ ਆਬਜੈਕਟ, ਮੀਨਸ ਦਿਸ ਇਜ਼ ਦੀ ਫਰਸਟ ਸੈਂਟੈਂਸ। ਉਸ ਤੋਂ ਬਾਅਦ ਐਡੀਸ਼ਨਲੀ ਨਹੀਂ ਆਏਗਾ ਕਿਉਂਕਿ ਇੱਥੇ ਕੋਈ ਕਰੀਅਰ ਪਲੈਨਿੰਗ ਦੇ ਬਾਰੇ ਕੋਈ ਗੱਲ ਨਹੀਂ ਹੋਈ। ਉਸ ਤੋਂ ਬਾਅਦ ਇੱਥੇ ਤੁਹਾਡੇ ਕਰੀਅਰ ਪਾਥ ਦੀ ਗੱਲ ਹੋ ਰਹੀ ਹੈ ਬਟ ਉਸ ਤੋਂ ਬਾਅਦ ਦੀ ਗ੍ਰੇਟ ਨਿਊਜ਼ ਅਬਾਊਟ ਡਿਫਾਈਨਿੰਗ ਯੂਅਰ ਕਰੀਅਰ ਗੋਲਸ। ਜੇ ਆਪਾਂ ਗੱਲ ਕਰੀਏ ਕਿ ਇਹ ਤੁਹਾਡਾ ਆਬਜੈਕਟ ਹੈ ਤਾਂ ਜਿਹੜਾ ਸਬਜੈਕਟ ਹੈ ਉਹ ਸਾਨੂੰ ਫੋਰਥ ਦੇ ਵਿੱਚ ਮਿਲ ਰਿਹਾ ਹੈ। ਦੀ ਗ੍ਰੇਟ ਨਿਊਜ਼ ਅਬਾਊਟ ਡਿਫਾਈਨਿੰਗ ਯੂਅਰ ਕਰੀਅਰ ਗੋਲਸ, ਦਿਸ ਇਜ਼ ਦੀ ਸਬਜੈਕਟ ਐਂਡ ਦਿਸ ਇਜ਼ ਦੀ ਆਬਜੈਕਟ। ਸੋ ਜਿਹੜਾ ਤੁਹਾਡਾ ਪਹਿਲਾ ਸੀਕੁਐਂਸ ਬਣੇਗਾ, ਮੈਂ ਸੀਕੁਐਂਸ ਇੱਥੇ ਲਿਖ ਰਹੀ ਹਾਂ, ਇਹ ਤੁਹਾਡਾ ਫਸਟ ਬਣ ਗਿਆ। ਉਸ ਤੋਂ ਬਾਅਦ ਐਡੀਸ਼ਨਲੀ ਮੈਂ ਤੁਹਾਨੂੰ ਦੱਸਿਆ ਕਿ ਨਹੀਂ ਆਏਗਾ ਕਿਉਂਕਿ ਐਡੀਸ਼ਨਲੀ ਹਲੇ ਸਿਰਫ ਇੱਕ ਚੀਜ਼ ਦੀ ਗੱਲ ਹੋਈ ਹੈ ਤੇ ਇੱਥੇ ਤੁਹਾਡਾ ਕੋਈ ਕਰੀਅਰ ਪਲੈਨਿੰਗ ਦੀ ਗੱਲ ਨਹੀਂ ਹੋ ਰਹੀ। ਤੇ ਇੱਥੇ ਯੂਅਰ ਲੈਕਚਰਸ, ਇੱਥੇ ਕਰੀਅਰ ਪਾਥ ਦੀ ਗੱਲ ਹੋ ਰਹੀ ਹੈ। ਬਟ ਦੀ ਗ੍ਰੇਟਰ ਨਿਊਜ਼ ਅਬਾਊਟ ਡਿਫਾਈਨਿੰਗ ਯੂਅਰ ਕਰੀਅਰ ਗੋਲਸ ਇਜ਼ ਦੈਟ ਯੂ ਵਿਲ ਹੀਅਰ ਕੁਆਇਟ ਅ ਫਿਊ ਆਈਡੀਆਜ਼ ਐਂਡ ਸਟੋਰੀਜ਼ ਡਿਊਰਿੰਗ ਯੂਅਰ ਸਟੱਡੀਜ਼। ਮੀਨ ਜਦੋਂ ਤੁਸੀਂ ਆਪਣੇ ਕਰੀਅਰ ਗੋਲਸ ਨੂੰ ਡਿਫਾਈਨ ਕਰਦੇ ਹੋ ਤਾਂ ਉਸ ਟਾਈਮ ਪੀਰੀਅਡ ਦੇ ਵਿੱਚ ਤੁਹਾਨੂੰ ਕੁਝ ਆਈਡੀਆਜ਼ ਮਿਲਣਗੇ, ਤੁਹਾਨੂੰ ਕੁਝ ਸਟੋਰੀ ਸੁਣਨ ਨੂੰ ਮਿਲਣਗੀਆਂ ਜਦੋਂ ਤੁਸੀਂ ਆਪਣੀ ਸਟੱਡੀ ਕਰ ਰਹੇ ਹੋ। ਤਾਂ ਜਿਹੜਾ ਨੈਕਸਟ ਸੀਕੁਐਂਸ ਆਏਗਾ ਉਹ ਫੋਰਥ ਆਏਗਾ, ਮੀਨਸ ਫਸਟ ਦੈਨ ਫੋਰਥ। ਉਸ ਤੋਂ ਬਾਅਦ ਨੈਕਸਟ ਹੈਗਾ ਯੂਅਰ ਲੈਕਚਰਸ ਮਾਈਟ ਮੈਂਸ਼ਨ ਪੋਸੀਬਲ ਕਰੀਅਰ ਪਾਥਸ ਐਂਡ ਦੇਅਰ ਮੇ ਬੀ ਓਬਲੀਗੇਟਰੀ ਇੰਟਰਨਸ਼ਿਪਸ ਦੈਟ ਕੈਨ ਗਾਈਡ ਯੂ ਟੂਵਰਡਸ ਯੂਅਰ ਫਿਊਚਰ ਜੌਬ। ਤਾਂ ਜਦੋਂ ਤੁਸੀਂ ਲੈਕਚਰਸ ਦੀ ਗੱਲ ਕੀਤੀ ਤਾਂ ਜਿਹੜੇ ਉੱਥੇ ਲੈਕਚਰਸ ਹੋਣਗੇ ਉਹ ਤੁਹਾਨੂੰ ਡਿਫਾਈਨ ਕਰਨਗੇ ਕਿ ਤੁਹਾਨੂੰ ਇਸ ਤਰ੍ਹਾਂ ਨਾਲ ਤਿਆਰ ਕਰਨਗੇ, ਜਿਹੜੀ ਤੁਹਾਡੀ ਇੰਟਰਨਸ਼ਿਪ ਹੋਏਗੀ ਉਹ ਐਵੇਂ ਦੀ ਹੋਏਗੀ
कि जो तुहाडी फ्यूचर जॉब दसेगी कि तुसीं फ्यूचर जॉब लई एप्लीकेबल हो या तुहाडीआं इंटर्नशिप एवें दियां होणगीਆਂ ते उस तो बाद जिहड़ा नैक्सट सीक्वेंस आएगा वो आएगा 3। Additionally, ਉਸ ਦੇ ਨਾਲ ਕੀ ਹੋਏਗਾ, lots of university programs are structured in a way that will equip you with the necessary skills to find multiple employment options in the future। Means ਤੁਹਾਨੂੰ future job ਲਈ ਤਾਂ prepare ਕਰ ਰਹੀਆਂ ਨੇ, but ਉਸ ਤੋਂ ਇਲਾਵਾ ਤੁਹਾਡੇ ਕੋਲ multiple options ਵੀ ਨੇ future ਦੇ ਲਈ, ਮਤਲਬ ਤੁਸੀਂ multiple employment options ਨੇ, ਇੱਕ particular employment option ਨਹੀਂ ਹੈ। ਸੋ ਜਿਹੜਾ next ਆਏਗਾ ਉਹ ਕੀ ਹੋਏਗਾ, second। ਸੋ ਇਹਦਾ ਜਿਹੜਾ sequence ਬਣੇਗਾ ਉਹ ਬਣੇਗਾ 1 4 3 2। in case ਜੇ ਤੁਸੀਂ 2 ਠੀਕ ਬਣਾਤੇ ਤਾਂ ਤੁਹਾਨੂੰ 1 ਪੁਆਇੰਟ ਮਿਲੇਗਾ, ਅਗਰ ਤੁਹਾਡਾ A ਦੋਨੋਂ ਠੀਕ ਹੋ ਗਏ ਤਾਂ ਤੁਹਾਨੂੰ 2 ਪੁਆਇੰਟਸ ਮਿਲ ਗਏ, ਅਗਰ ਤੁਹਾਡਾ A ਵੀ ਠੀਕ ਹੋ ਗਿਆ ਤਾਂ ਤੁਹਾਨੂੰ 3 ਪੁਆਇੰਟਸ ਮਿਲਣਗੇ। ਸੋ ਇਸ ਤਰ੍ਹਾਂ ਨਾਲ ਤੁਸੀਂ ਪੇਅਰਿੰਗ ਕਰ ਸਕਦੇ ਹੋ। ਜੇ ਆਪਾਂ ਨੈਕਸਟ ਪੈਰਾਗ੍ਰਾਫ ਦੀ ਗੱਲ ਕਰੀਏ ਤਾਂ ਇੱਥੇ ਜਿਹੜੀ ਗੱਲ ਹੋ ਰਹੀ ਹੈ ਵਰਲਡ ਮੈਂਟਲ ਹੈਲਥ ਡੇ ਸਟਾਰਟਡ ਬਾਈ ਦੀ ਵਰਲਡ ਫੈਡਰੇਸ਼ਨ ਫॉर ਮੈਂਟਲ ਹੈਲਥ ਫਸਟ ਟੁਕ ਪਲੇਸ ਔਨ 10 ਅਕਤੂਬਰ 1992 ਤੇ ਇੱਥੇ ਟਾਈਮ ਪੀਰੀਅਡ ਦੀ ਗੱਲ ਹੋ ਗਈ 10 ਅਕਤੂਬਰ 1992। ਉਸ ਤੋਂ ਬਾਅਦ ਜਿਹੜੀ ਸੈਕੰਡ ਲਾਈਨ ਹੈ ਉਹ ਹੈਗੀ ਹੈ ਫॉर अ ब्रीफ डेफिनेशन फ्रॉम दी वर्ल्ड हेल्थ ऑर्गेनाइजेशन वर्ल्ड मेंटल हेल्थ डे एम्स टू रेज अवेयरनेस ऑफ मेंटल हेल्थ इशूज अराउंड दी वर्ल्ड एंड टू मोबिलाइज एफर्ट्स इन सपोर्ट ऑफ मेंटल हेल्थ। सो फॉर आ गया ਤਾਂ फॉर ਤਾਂ ਆਪਣਾ ਜਿਹੜਾ ਓਪਨਿੰਗ ਸੈਂਟੈਂਸ ਹੈ ਜਾਂ ਆਪਾਂ ਕਹਿ ਦਈਏ ਮੇਨ ਜਿਹੜਾ ਹੈਗਾ ਉਹ ਨਹੀਂ ਆਏਗਾ। ਉਸ ਤੋਂ ਬਾਅਦ ਨੈਕਸਟ ਗੱਲ ਹੋ ਰਹੀ ਹੈ ਦਿਸ ਈਅਰਸ ਥੀਮ ਇਜ਼ ਮੇਕ ਮੈਂਟਲ ਹੈਲਥ ਐਂਡ ਵੈਲ ਬੀਇੰਗ ਫॉर ऑल अ ग्लोबल ਪ੍ਰਾਇੋਰਟੀ। ਸੋ ਦਿਸ ਨਾਲ ਸਟਾਰਟ ਹੋ ਰਹੀ ਹੈ ਥਰਡ ਲਾਈਨ। ਸੋ ਦਿਸ ਵੀ ਸਾਡਾ ਓਪਨਿੰਗ ਜਾਂ ਫਰਸਟ ਜਿਹੜਾ ਸੈਂਟੈਂਸ ਹੈ ਜਾਂ ਮੇਨ ਸੈਂਟੈਂਸ ਨਹੀਂ ਹੋਏਗਾ। ਉਸ ਤੋਂ ਬਾਅਦ ਨੈਕਸਟ ਹੋ ਗਿਆ ਇਟ ਹੈਜ਼ ਬੀਨ ਸੈਲੀਬ੍ਰੇਟਡ ਔਨ ਦਿਸ ਡੇਟ ਐਵਰ ਸਿੰਸ। ਸੋ ਇਟ ਹੈਜ਼ ਬੀਨ ਤਾਂ ਇਟ ਹੈਜ਼ ਬੀਨ ਤਾਂ ਸਾਡਾ ਨਹੀਂ ਹੋ ਸਕਦਾ ਫਰਸਟ ਸੈਂਟੈਂਸ। ਸੋ ਅਗੇਨ ਤੁਹਾਡੇ ਕੋਲ 4 ਪੁਆਇੰਟਸ ਗਿਵਨ ਨੇ। ਸੋ ਜੇ ਆਪਾਂ ਇਹਨਾਂ ਤਿੰਨਾਂ ਦੀ ਗੱਲ ਕਰੀਏ ਸੈਕੰਡ ਥਰਡ ਫੋਰਥ ਦੀ ਤਾਂ ਇੱਥੇ ਕਿਸੇ ਵੀ ਸੈਂਟੈਂਸ ਦੇ ਸਟਾਰਟਿੰਗ ਪੁਆਇੰਟ ਤੋਂ ਆਪਾਂ ਨੂੰ ਨਹੀਂ ਲੱਗ ਰਿਹਾ ਕਿ ਸਾਡਾ ਫਰਸਟ ਹੋ ਸਕਦਾ ਹੈ। ਸੋ ਜਿਹੜਾ ਸਾਡਾ ਫਰਸਟ ਹੋਏਗਾ ਉਹ ਆਟੋਮੈਟਿਕਲੀ ਹੈ ਕਿ ਇਹ ਵਾਲਾ ਹੋਏਗਾ। World Mental Health Day started by the World Federation for Mental Health first took place on 10 October 1992. So this is the first point. ਉਸ ਤੋਂ ਬਾਅਦ ਆਪਾਂ ਨੈਕਸਟ ਫਾਈਂਡ ਆਊਟ ਕਰਨਾ ਹੈ। ਸੋ ਜੇ ਆਪਾਂ ਸੈਕੰਡ ਦੀ ਗੱਲ ਕਰੀਏ ਤਾਂ ਇੱਥੇ ਗੱਲ ਹੋ ਰਹੀ ਹੈ ਫॉर अ ब्रीफ डेफिनेशन फ्रॉम the World Health Organization World Mental Health Day aims to raise awareness of mental health issue। You can say ਕਿ ਇੱਥੇ ਜਿਹੜਾ ਇਹ ਗੱਲ ਹੋਈ ਹੈ ਆਪਾਂ ਕਹਿ ਸਕਦੇ ਹਾਂ ਕਿ ਇਹ ਜਿਹੜਾ ਹੋ ਗਿਆ ਇਹ ਆਬਜੈਕਟ ਹੋ ਗਿਆ ਤੇ ਇਹ ਨੈਕਸਟ ਸਾਡਾ ਸਬਜੈਕਟ ਹੋ ਗਿਆ। ਤੁਸੀਂ ਇਸ ਤਰ੍ਹਾਂ ਨਾਲ ਫਾਈਂਡ ਆਊਟ ਕਰ ਸਕਦੇ ਹੋ। ਬਟ ਇੱਥੇ ਜੇ ਆਪਾਂ ਗੱਲ ਕਰੀਏ ਤਾਂ ਇਟ ਹੈਜ਼ ਬੀਨ ਸੈਲੀਬ੍ਰੇਟਡ ਔਨ ਦਿਸ ਡੇਟ ਐਵਰ ਸਿੰਸ, ਕਿਉਂਕਿ ਇੱਥੇ ਡੇਟ ਦੀ ਗੱਲ ਹੋਈ ਹੈ 10 ਅਕਤੂਬਰ 1992। ਸੋ ਇੱਥੇ ਆਪਣੇ ਕੋਲ ਸੈਲੀਬ੍ਰੇਟਡ ਹੋ ਗਿਆ ਕਿ ਇਸ ਡੇਟ ਤੇ ਉਹ ਸੈਲੀਬ੍ਰੇਟ ਹੋ ਰਿਹਾ। ਸੋ ਸਾਡਾ ਜਿਹੜਾ ਫਰਸਟ ਪੇਅਰਿੰਗ ਹੋਏਗੀ ਉਹ ਫਰਸਟ ਹੋਗੀ, ਉਸ ਤੋਂ ਬਾਅਦ ਜਿਹੜੀ ਨੈਕਸਟ ਆਏਗੀ ਉਹ ਹੋਏਗੀ ਫੋਰਥ। ਤੁਸੀਂ ਇਸ ਚੀਜ਼ 'ਚ ਕਨਫਿਊਜ਼ਨ ਨਹੀਂ ਹੋਣਾ ਕਿਉਂਕਿ ਬੱਚੇ ਕੀ ਕਰਦੇ ਆ ਕਿ ਇੱਥੇ ਆਬਜੈਕਟ ਆ ਗਿਆ ਤਾਂ ਸਬਜੈਕਟ ਇੱਥੇ ਆ ਗਿਆ ਤੇ ਉਸ ਤੋਂ ਬਾਅਦ ਆਪਾਂ ਅੱਗੇ ਪਿੱਛੇ ਕੁਝ ਨਹੀਂ ਦੇਖਣਾ। ਬਟ ਆਪਾਂ ਨੂੰ ਦੇਖਣਾ ਪਏਗਾ ਕਿਉਂਕਿ ਇਸ ਲਾਈਨ 'ਚ ਉਹਨੇ ਮੈਂਸ਼ਨ ਕਲੀਅਰਲੀ ਮੈਂਸ਼ਨ ਕੀਤਾ ਡੇਟ ਦੀ ਗੱਲ ਕੀਤੀ ਹੈ। ਸੋ ਇਸ ਪੈਰਾਗ੍ਰਾਫ ਔਰ ਇਸ ਪੈਰਾਗ੍ਰਾਫ ਦੇ ਵਿੱਚ ਕਿਤੇ ਵੀ ਕੋਈ ਡੇਟ ਮੈਂਸ਼ਨ ਨਹੀਂ ਹੈ। ਸੋ ਫਰਸਟ ਸੀਕੁਐਂਸ ਬਣਿਆ ਫਰਸਟ ਦੈਨ ਫੋਰਥ। ਉਸ ਤੋਂ ਬਾਅਦ ਮਤਲਬ ਆਪਾਂ ਨੇ ਇਹ ਵੀ ਆਪਣੇ ਸੀਕੁਐਂਸ 'ਚ ਲੈ ਲਿਆ ਤੇ ਇਹ ਵੀ ਲੈ ਲਿਆ। ਉਸ ਤੋਂ ਬਾਅਦ ਅਗਰ ਆਪਾਂ ਪੜ੍ਹ ਰਹੇ ਹਾਂ ਤਾਂ ਉਹਨੇ ਗੱਲ ਕੀਤੀ ਹੈ ਫॉर अ ब्रीफ डेफिनेशन फ्रॉम द वर्ल्ड हेल्थ ऑर्गेनाइजेशन वर्ल्ड मेंटल हेल्थ डे एम्स टू रेज अवेयरनेस ऑफ मेंटल हेल्थ इश्यूज अराउंड द वर्ल्ड एंड टू मोबिलाइज एफर्ट्स इन सपोर्ट ऑफ मेंटल हेल्थ। मीन्स ਜਿਹੜੀ ਉਹਦੀ ਬਰੀਫ ਡੈਫੀਨੇਸ਼ਨ ਦੇ ਅਕੋਰਡਿੰਗ ਵਰਲਡ ਮੈਂਟਲ ਹੈਲਥ ਡੇ ਸੈਲੀਬ੍ਰੇਟ ਕਰਨ ਦਾ ਮੀਨਿੰਗ ਸਿਰਫ ਇੰਨਾ ਹੈ ਕਿ ਰੇਜ਼ ਦੀ ਅਵੇਅਰਨੈਸ ਆਫ ਮੈਂਟਲ ਹੈਲਥ ਇਸ਼ੂਜ਼ ਅਰਾਊਂਡ ਦੀ ਵਰਲਡ ਤੇ ਉਸ ਐਫਰਟਸ ਨੂੰ ਸਪੋਰਟ ਕਰਨਾ ਹੈ ਜਿਹੜੇ ਵੀ ਮਤਲਬ ਇਸ਼ੂਜ਼ ਆ ਰਹੇ ਨੇ ਮੈਂਟਲ ਹੈਲਥ ਦੇ ਤੇ ਉਹਦੇ ਲਈ ਆਪਾਂ ਕੀ ਸਪੋਰਟ ਕਰ ਸਕਦੇ ਹਾਂ। ਤੇ ਉਸ ਤੋਂ ਬਾਅਦ ਉਹਨੇ ਕਿਹਾ ਕਿ ਦਿਸ ਈਅਰ ਥੀਮ ਇਜ਼ ਮੇਕ ਮੈਂਟਲ ਹੈਲਥ ਐਂਡ ਵੈਲ ਬੀਇੰਗ। ਉਸ ਤੋਂ ਪਹਿਲਾਂ ਜਿਹੜੀ ਗੱਲ ਹੋ ਰਹੀ ਸੀ ਉਹ ਇਸ ਚੀਜ਼ ਦੀ ਗੱਲ ਹੋ ਰਹੀ ਸੀ ਬਟ ਜਿਹੜਾ ਇਸ ਸਾਲ ਆਪਾਂ ਨੇ ਸੈਲੀਬ੍ਰੇਟ ਕਰਨਾ ਹੈ ਉਹ ਇਹ ਕਰਨਾ ਹੈ ਮੇਕ ਮੈਂਟਲ ਹੈਲਥ ਐਂਡ ਵੈਲ ਬੀਇੰਗ ਫॉर ऑल अ ग्लोबल ਪ੍ਰਾਇੋਰਟੀ। ਮਤਲਬ ਇਹ ਚੀਜ਼ ਆਪਾਂ ਪ੍ਰਾਇੋਰਟੀ ਦੇ ਬੇਸ ਤੇ ਕਰਨੀ ਹੈ ਬਟ ਲਾਸਟ ਸੈਂਟੈਂਸ ਦੇ ਵਿੱਚ ਪ੍ਰਾਇੋਰਟੀ ਦੀ ਕਿਤੇ ਵੀ ਕੋਈ ਗੱਲ ਨਹੀਂ ਹੋਈ। ਸੋ ਮੇਰੇ ਅਕੋਰਡਿੰਗ ਜਿਹੜਾ ਨੈਕਸਟ ਸੀਕੁਐਂਸ ਆਏਗਾ ਉਹ ਸੈਕੰਡ ਆਏਗਾ। ਤੁਸੀਂ ਖੁਦ ਵੀ ਚੈੱਕ ਕਰ ਸਕਦੇ ਹੋ ਕਿ ਕਿਹੜਾ ਸੀਕੁਐਂਸ ਆ ਸਕਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਆਏਗਾ ਉਹ ਆਏਗਾ ਆਪਣਾ ਥਰਡ। So correct sequence is the 1 4 2 and 3. So
अगर तुसी टोटल पॉइंट्स की गल करो तो तुहानू 3 पॉइंट्स मिलणगे। इन केस जे तुहाडा सैकेंड 4 ठीक हुंदा तो 1 पॉइंट, अगर फर्स्ट 4 ठीक हुंदा तो 2 पॉइंट्स हो गए, अगर ए भी तुहाडा ठीक हो रहा तो 3 पॉइंट्स हो गए। सो इस तरह करके तुसी रीऑर्डर पैराग्राफ्स नू अरेंज कर सकते हो। कंक्लूजन सिर्फ इन्ना ही है, प्रैक्टिस इज द ओनली सोल्यूशन टू गेट गुड स्कोर इन दिस सैक्शन। रिमेंबर ऑल द रूल्स दैट आर डिस्कस्ड, जो मैं तुहाडे नाल डिस्कस कीते सी। सम टाइम ऐदा हुंदा है कि साडे कोल पैराग्राफ थोड़े डिफिकल्ट आउंदे हैं ते कोई भी स्ट्रैटेजी तुहाडी फॉलो नहीं हुंदी। सो तुसी उत्थे स्टक नहीं होना पर्टिकुलर क्वेश्चन ते। जो तुहानू समझ आ रहा तुसी ट्रायल एंड एरर मैथड यूज कर सकते हो। दैन अगेन क्लिक ऑन दी नैक्सट बटन। तुसी सिर्फ उसे टास्क ते नहीं बैठना कि हाँ मैनू हुण कुछ समझ नहीं आ रहा तो मैं की करा। तुसी कोशिश करनी है कि तुसी 2 पैराग्राफ नू अरेंज कर लो। उस तो बाद जे नहीं समझ आ रहा तो कोई गल नहीं, जिन्ना समझ आया उस दे अकॉर्डिंग उन्होंने अटैम्प्ट कर दो। उस तो बाद भी जो तुहानू रीऑर्डर पैराग्राफ दे विच कोई प्रॉब्लम आ रही है तो तुसी मैनू व्हाट्सएप कर सकते हो, कमेंट बॉक्स दे विच भी लिख सकते हो या मैनू मेल भी कर सकते हो। तो हले तक जे तुसी मेरे चैनल नू सबसक्राइब नहीं किया तो उन्होंने सबसक्राइब जरूर कर दो। एंड थैंक यू सो मच फॉर वॉचिंग दिस वीडियो।